सतनाम श्री वाहिगुरु साहिब जी। राग तनासरी महला पहला। आरती एक ओंकार सतगुर प्रसाद। गगन में थाल रब चंद दीपक बने। तारका मंडल जनक मोती। तोब मलयान लो पवन चबरो करे। सगल बन राय फुलंत ज्योति। ऐसी आरती होए भव खंडना तेरी आरती। अणहता शब्द वाजंत फेरी। ऐसी आरती होए भव खंडना तेरी आरती। अणहता शब्द वाजंत फेरी। रहा वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो। रोजाना की तरह पातशाह जी की अपार किरपा बख्शिश का सदका ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਸੋਹਿਲਾ ਸਾਹਿਬ ਦੇ ਤੀਸਰੇ ਸ਼ਬਦ ਦਾ ਪਾਠ ਸਰਵਣ ਕੀਤਾ ਜੀ। आओ मनोबिरतियाँ गुरु चरणों नाल जोड़ते हुए गुरु चरणों विच लवाइए हाजरियाँ। पवित्र शब्द की विचार नाल जुड़ना करिए जी। उस तो पहला गुरु का बख्शिया फतेह का नारा करो बुलंद गज के आखो जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। राग तनासरी महला पहला। गगन में थाल रब चंद दीपक बने। तारका मंडल जनक मोती। धूप मलयान लो पवन चबरो करे। सगल बन राय फुलंत ज्योति। ये पवित्र शब्द धन धन साहिब श्री गुरु नानक देव जी महाराज पहले पातशाह जी ने संसार का भरमण करदियां होइयां उदासियां दे दौरान जिस वेले चलदे चलदे जगन्नाथपुरी पहुंचते हैं। जगन्नाथपुरी जिथे अज सुभाएमान स्थान है सतगुरां दा मंगू मठ। उस स्थान का नाम उस गुरु घर का नाम मंगू मठ है। और उस मंगू मठ वाले स्थान ते समुंदर का किनारा है ते समुंदर का पानी खारा होने करके उतों के लोग बड़े दुखी सन ते सतगुरां नूं बेनती की महाराज सानू मिठा पानी चाहिदा है।
ਸਾਡੇ ਕੋਲ ਮਿੱਠਾ ਪਾਣੀ ਨਹੀਂ ਤੇ ਜੀਵਾਂ ਤੇ ਤਰਸ ਕਰਕੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਸੋਟਾ ਲੈ ਕੇ ਧਰਤੀ ਦੇ ਵਿੱਚੋਂ ਮਿੱਠਾ ਜਲ ਪ੍ਰਗਟ ਕਰ ਦਿੱਤਾ ਜੋ ਅੱਜ ਤੱਕ ਲੋਕ ਪੀਂਦੇ ਆ। ਉਹ ਜਗਨਨਾਥਪੁਰੀ ਵਿੱਚ ਬੌਲੀ ਸਾਹਿਬ ਸਥਾਨ ਵੀ ਸ਼ੁਭਾਏਮਾਨ ਹੈ ਸਤਿਗੁਰਾਂ ਦੀ ਯਾਦ ਵਿੱਚ, ਜਿੱਥੇ ਉਹ ਪਾਣੀ ਨਿਕਲਿਆ ਮਿੱਠਾ। ਸਤਿਗੁਰਾਂ ਦਾ ਮਕਸਦ ਸੀ ਕਿ ਜਿੱਥੇ ਜਿੱਥੇ ਦੁਨੀਆ ਵਿੱਚ ਘਾਟ ਆਈ ਹੈ ਉੱਥੇ ਉੱਥੇ ਉਸ ਘਾਟ ਨੂੰ ਕੱਢਿਆ ਜਾਵੇ। 3 ਕੈਟਾਗਰੀਆਂ ਸੰਸਾਰ ਨੂੰ ਚਲਾਉਂਦੀਆਂ ਹਨ, ਜਿਨ੍ਹਾਂ ਦੇ ਬਾਰੇ ਬਾਣੀ ਵਿੱਚ ਲਿਖਿਆ ਹੈ, ਬ੍ਰਾਹਮਣ, ਜੋਗੀ ਤੇ ਕਾਜੀ। ਹਿੰਦੂ ਮਤ ਵਿੱਚ ਬ੍ਰਾਹਮਣ, ਮੁਸਲਮਾਨ ਮਤ ਵਿੱਚ ਕਾਜੀ ਤੇ ਤੀਸਰਾ ਰਾਜੇ। ਇਹਨਾਂ ਤਿੰਨਾਂ ਦਾ ਕੰਮ ਹੈ ਸੰਸਾਰ ਨੂੰ ਸੁੱਖ ਦੇਣਾ, ਸਿੱਧਾ ਰਸਤਾ ਦੱਸਣਾ, ਪਰ ਇਹਨਾਂ ਤਿੰਨਾਂ ਨੇ ਹੀ ਦੁਨੀਆ ਨੂੰ ਲੁੱਟਣ ਦਾ ਲੱਕ ਬਣ ਲਿਆ। ਔਰ ਸਤਿਗੁਰੂ ਨੂੰ ਉਹਨਾਂ ਦੇ ਪਰਥਾਏ ਆਵਾਜ਼ ਉਠਾ ਕੇ ਕਹਿਣਾ ਪਿਆ, ਬ੍ਰਾਹਮਣ ਨਾਵੇ ਜੀਆਂ ਘਾਏ। ਬ੍ਰਾਹਮਣ ਵੇਦਾਂ ਦੇ ਓਹਲੇ ਵਿੱਚ, ਵੇਦਾਂ ਦੇ ਸਹਾਰੇ ਜੀਵਾਂ ਦਾ ਸ਼ੋਸ਼ਣ ਕਰਦੇ ਹੈ, ਮਨੁੱਖਤਾ ਦਾ ਸ਼ੋਸ਼ਣ ਕਰਦੇ ਹੈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਸਾਡੇ ਜੱਜ ਹੁੰਦੇ ਆ, ਮੁਸਲਮਾਨਾਂ ਵਿੱਚ ਕਾਜੀ ਹੁੰਦੇ ਆ। ਇਹਨਾਂ ਦਾ ਕੰਮ ਹੈ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ, ਪਰ ਇਹਨਾਂ ਨੇ ਵੀ ਰਿਸ਼ਵਤਾਂ ਲੈ ਕੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਕਹਿਣਾ ਸ਼ੁਰੂ ਕਰ ਦਿੱਤਾ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਤੇ ਤੀਸਰੀ ਕੈਟਾਗਰੀ ਜੋਗੀ। ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਤੀਸਰਾ ਪੰਥ ਜੋ ਜੋਗੀਆਂ ਦਾ, ਗੋਰਖਨਾਥ ਵਰਗਿਆਂ ਦਾ ਸੀ ਉਸ ਵੇਲੇ, ਇਹ ਵੀ ਸੰਸਾਰ ਨੂੰ ਗੁਰੂ ਪਿਆਰਿਓ ਦੁੱਖ ਦੇਣ ਤੇ ਹੀ ਲੱਗੇ ਹੋਏ ਸਨ। ਇਹਨਾਂ ਨੂੰ ਵੀ ਜੁਗਤ ਨਹੀਂ ਪਤਾ ਸੀ ਕਿ ਪਰਮੇਸ਼ਰ ਕਿਵੇਂ ਮਿਲੇਗਾ। ਇਹਨਾਂ ਨੇ ਸੰਸਾਰ ਨੂੰ ਅਨੇਕਾਂ ਤਰ੍ਹਾਂ ਦੇ ਭੁਲੇਖਿਆਂ ਵਿੱਚ ਪਾ ਕਰਕੇ ਜੰਗਲਾਂ ਨੂੰ ਤੋੜ ਦਿੱਤਾ, ਘੌਣ ਮੌਣ ਕਰ ਦਿੱਤੇ। ਕਹਿੰਦੇ ਰੱਬ ਨੂੰ ਪਾਉਣ ਵਾਸਤੇ ਗ੍ਰਸਤੀ ਜੀਵਨ ਛੱਡਣਾ ਪਊਗਾ ਤਾਂ ਰੱਬ ਮਿਲੂਗਾ। ਬਹੁਤ ਸਾਰੇ ਭੋਲੇ ਭਾਲੇ ਲੋਕ ਇਹਨਾਂ ਦੇ ਮਗਰ ਲੱਗ ਕੇ ਜੰਗਲਾਂ ਨੂੰ ਚਲੇ ਗਏ। ਧੰਨ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਜਿੱਥੇ ਘਾਟ ਦੇਖੀ ਉੱਥੇ ਉੱਥੇ ਜਾ ਕੇ ਉਸ ਘਾਟ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਰਾਜਿਆਂ ਨੂੰ ਮਿਲੇ, ਜਿਵੇਂ ਕਾਰੂ ਨੂੰ ਕਹਿੰਦੇ ਹੈ ਕਿ ਤੇਰੀ ਜਨਤਾ ਤਾਂ ਸ਼ਹਿਰ ਛੱਡ ਕੇ, ਨਗਰ ਛੱਡ ਕੇ ਉਜੜੀ ਜਾਂਦੀ ਆ, ਦੂਜੇ ਦੇਸ਼ਾਂ ਨੂੰ ਤੁਰੀ ਜਾ ਰਹੀ ਆ, ਰੋਮ ਸ਼ਹਿਰ ਦੀ, ਤੇ ਤੂੰ ਰਾਜ ਕਿਹਦੇ ਕਰੇਂਗਾ? ਪੈਸਾ ਸਾਰਾ ਤੂੰ ਆਪਦੇ ਖਜ਼ਾਨੇ 'ਚ ਇਕੱਠਾ ਕਰ ਲਿਆ, 45 ਗੰਜ। ਜਨਤਾ ਤੇਰੀ ਭੁੱਖੀ ਮਰੀ ਜਾਂਦੀ ਹੈ, ਤੂੰ ਰਾਜ ਕਿਹਦੇ ਕਰਦਾ? ਕੈਸਾ ਰਾਜ ਹੈ ਤੂੰ? ਉਹਦੇ ਕੰਨ ਖੋਲ੍ਹੇ। ਫਿਰ ਉਸਨੇ ਆਪਣੇ ਖਜ਼ਾਨਿਆਂ ਦੇ ਮੂੰਹ ਖੋਲ੍ਹ ਕੇ ਜਨਤਾ ਵਿੱਚੋਂ ਪੈਸਾ ਵੰਡਿਆ ਤਾਂ ਜਨਤਾ ਦਾ ਕੰਮ ਸਹੀ ਚੱਲਿਆ। ਗੋਰਖਨਾਥ ਵਰਗਿਆਂ ਦੇ ਕੋਲ ਗਏ ਤੇ ਗੋਰਖਨਾਥ ਬਾਬੇ ਨਾਨਕ ਨੂੰ ਪੁੱਛਦਾ ਹੈ, ਛੋਟੀ ਉਮਰ ਸੀ ਨਾ ਬਾਬੇ ਨਾਨਕ ਜੀ ਦੀ ਗੋਰਖਨਾਥ ਤੋਂ, ਗੋਰਖਨਾਥ ਦੀ ਲੰਮੀ ਉਮਰ ਸੀ, ਰੋਕ ਰੋਕ ਕੇ ਸਵਾਸਾਂ ਨੂੰ ਵਧਾਈ ਸੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਉਹ ਬੱਚਾ ਸਮਝਦਾ ਸੀ, ਇਸ ਕਰਕੇ ਉਹ ਬਾਲੇ ਕਹਿੰਦਾ ਹੈ। ਪੁੱਛਦਾ, ਕਹੋ ਬਾਲੇ ਜਗਤ ਮੈਂ ਕਿਆ ਵਰਤਾਰਾ? ਕਹਿੰਦੇ ਸੰਸਾਰ ਦਾ ਕੀ ਹਾਲ ਚਾਲ ਹੈ? ਕਿਉਂਕਿ ਆਪ ਤਾਂ ਸੁਮੇਰ ਪਰਬਤ ਤੇ ਜਾ ਬੈਠੇ ਪਹਾੜਾਂ ਦੀਆਂ ਕੰਦਰਾਂ 'ਚ, ਤੇ ਉੱਥੇ ਬਾਬੇ ਨਾਨਕ ਜੀ ਨੇ ਕੋਈ ਝਿਫਣਾ ਨਹੀਂ ਕੀਤਾ। ਕਹਿੰਦੇ ਸਿੱਧ ਸ਼ੋ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ? ਤੁਸੀਂ ਪਹਾੜਾਂ 'ਚ ਆ ਕੇ ਬੈਠ ਗਏ, ਤੁਹਾਨੂੰ ਗਿਆਨ ਦੀ ਕਿਰਨ ਪਰਮੇਸ਼ਰ ਦਿੱਤੀ ਸੀ ਵੰਡਣ ਵਾਸਤੇ, ਤੁਸੀਂ ਸਵਾਰਥੀ ਹੋ ਗਏ। ਮੈਨੂੰ ਪੁੱਛਦੇ ਹੋ ਸੰਸਾਰ ਦਾ ਕੀ ਹਾਲ ਹੈ? ਇਸੇ ਤਰ੍ਹਾਂ ਹੀ ਜਦੋਂ ਜਗਨਨਾਥਪੁਰੀ ਵਿੱਚ ਗਏ ਨਾ, ਉੱਥੇ ਕੌਤਕ ਵਰਤਿਆ। ਕਹਿੰਦੇ ਜਗਨਨਾਥ ਦੇ ਮੰਦਰ ਵਿੱਚ ਪੰਡੇ ਆਰਤੀ ਕਰ ਰਹੇ ਸੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਜਾ ਖੜੇ। ਦੇਖਦੇ ਰਹੇ, ਉਹਨਾਂ ਦੇ ਹੱਥ ਵਿੱਚ ਥਾਲ ਹੈ,
ਜਿਵੇਂ ਮੰਦਰਾਂ ਵਿੱਚ ਆਰਤੀ ਹੁੰਦੀ ਹੈ। ਥਾਲ ਦੇ ਵਿੱਚ ਦੀਵਾ ਜਗਾਇਆ ਹੈ, ਫੁੱਲ ਰੱਖੇ ਹੈ, ਕੁਝ ਪੈਸੇ ਰੱਖੇ ਹੈ, ਤੇ ਇੱਕ ਮੂਰਤੀ ਹੈ ਵੱਡੀ ਸਾਰੀ ਜਗਨਨਾਥ ਦੇਵਤੇ ਦੀ ਬਣਾਈ, ਉਹਨਾਂ ਦੀ ਨਾਮ ਰੱਖਿਆ ਜਗਨਨਾਥ। ਜਗਨਨਾਥ ਦਾ ਅਰਥ ਹੈ ਜੱਗ ਦਾ ਮਾਲਕ। ਪਰ ਇੱਕ ਮੂਰਤੀ ਜੱਗ ਦੀ ਮਾਲਕ ਕਿਵੇਂ ਹੋ ਸਕਦੀ? ਉਹ ਤਾਂ ਕਿਰਤ ਹੈ ਮਨੁੱਖ ਦੀ, ਉਹ ਤਾਂ ਮਨੁੱਖ ਦੀ ਬਣਾਈ ਹੋਈ ਮੂਰਤੀ ਆ। ਉਹਦੇ ਸਾਹਮਣੇ ਖੜੇ ਉਹ ਅਨੇਕਾਂ ਤਰ੍ਹਾਂ ਦੇ ਬਚਨ ਕਰਦੇ ਹੋਏ ਆਰਤੀ ਗਾ ਰਹੇ ਸੀਗੇ। ਜਿਵੇਂ ਮੰਦਰਾਂ ਵਿੱਚ ਸੁਭਾਅ ਹੁੰਦਾ, ਕਦੇ ਕਿਸੇ ਨੇ ਥਾਲ ਫੜ ਲਿਆ ਆਰਤੀ ਘੁਮਾਉਣ ਵਾਸਤੇ, ਕਦੇ ਕਿਸੇ ਨੇ ਫੜ ਲਿਆ। ਉਹਨਾਂ ਨੇ ਉਹ ਥਾਲ ਬਾਬੇ ਨਾਨਕ ਜੀ ਵੱਲ ਵੀ ਕਰਤਾ, ਕਹਿੰਦੇ ਤੁਸੀਂ ਵੀ ਕਰ ਲਓ। ਕਹਿੰਦੇ ਅਸੀਂ ਨਹੀਂ ਕਰਦੇ ਬਾਬਾ ਜੀ। ਕਹਿੰਦੇ ਕਿਉਂ? ਤੁਸੀਂ ਕਿਉਂ ਨਹੀਂ ਕਰਦੇ? ਕਹਿੰਦੇ ਅਸੀਂ ਤਾਂ ਵੇਖਦੇ ਹੁੰਦੇ ਆ। ਵੇਖਦੇ ਹੁੰਦੇ ਹੋ? ਕਹਿੰਦੇ ਹਾਂ, ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਆਰਤੀ ਹੋ ਰਹੀ ਆ, ਅਸੀਂ ਤਾਂ ਵੇਖਦੇ ਹੁੰਦੇ ਆ। ਤੁਸੀਂ ਕਿਹਦੀ ਆਰਤੀ ਕਰਦੇ ਹੋ? ਕਹਿੰਦੇ ਜੀ ਅਸੀਂ ਕਰਦੇ ਹਾਂ ਜਗਨਨਾਥ ਦੀ। ਕਹਿੰਦੇ ਜਗਨਨਾਥ ਕਿੱਥੇ ਹੈ? ਕਹਿੰਦੇ ਆ ਦੇਖੋ ਨਾ, ਜਿਹੜੀ ਸੁੰਦਰ ਮੂਰਤੀ ਬਣੀ ਹੈ ਜਗਨਨਾਥ ਦੀ ਹੈ। ਕਹਿੰਦੇ ਜਗਨਨਾਥ ਦਾ ਮਤਲਬ ਕੀ ਹੈ? ਕਹਿੰਦੇ ਜਗਨਨਾਥ ਦਾ ਮਤਲਬ ਹੈ ਜੱਗ ਦਾ ਮਾਲਕ, ਸ੍ਰਿਸ਼ਟੀ ਦਾ ਮਾਲਕ। ਕਹਿੰਦੇ ਫਿਰ ਸ੍ਰਿਸ਼ਟੀ ਕਿੱਡੀ ਵੱਡੀ ਆ, ਸੰਸਾਰ ਕਿੱਡਾ ਵੱਡਾ ਹੈ, ਵਰਲਡ ਕਿੱਡਾ ਵੱਡਾ ਹੈ, ਇਹ ਮੂਰਤੀ ਛੋਟੀ ਆ। ਕਿਉਂਕਿ ਇੱਕ ਆਮ ਕਹਾਵਤ ਹੈ ਕਿ ਜਿੱਡਾ ਕੁ ਮਨੁੱਖ ਦਾ ਖੁਦ ਦਾ ਸਟੇਟਸ ਹੋਵੇਗਾ, ਓਡੇ ਕੁ ਵੱਡੇ ਉਸ ਦੇ ਕੰਮ ਹੋਣਗੇ। ਜੇ ਪਰਮੇਸ਼ਰ ਦੀ ਗੱਲ ਕਰੀਏ ਤੇ ਫਿਰ ਉਹ ਕਿੱਡਾ ਵੱਡਾ ਹੈ, ਕਿੱਡਾ ਵੱਡਾ ਹੈ ਉਹ ਨਹੀਂ ਦਿਸਦਾ, ਤੇ ਸੰਸਾਰ ਦਿਸਦਾ ਨਾ, ਵੀ ਸੰਸਾਰ ਕਿੱਡਾ ਵੱਡਾ ਤੇ ਪਰਮੇਸ਼ਰ ਇਦੋਂ ਵੱਡਾ ਹੋਣਾ ਚਾਹੀਦਾ। ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਆਪ ਹੈ ਓਡੀਆਂ ਵੱਡੀਆਂ ਉਹਦੀਆਂ ਦਾਤਾਂ। ਨਾਲੇ ਅਸੀਂ ਆਰਤੀ ਕਰਦੇ ਨਹੀਂ ਹੁੰਦੇ, ਅਸੀਂ ਤਾਂ ਹੋ ਰਹੀ ਵੇਖਦੇ ਹਾਂ। ਪਾਂਡੇ ਕਹਿਣ ਲੱਗੇ ਕਿੱਥੇ ਹੋ ਰਹੀ ਆ? ਕੱਲ ਆਪਾਂ ਇਹ ਸਾਰਾ ਉਥਾਨਕਾ ਇਹ ਸ਼ਬਦ ਦੀ ਸਰਵਣ ਕੀਤੀ ਸੀ। ਗੁਰੂ ਪਿਆਰਿਓ, ਜਦੋਂ ਇਹ ਗੱਲ ਕਹੀ ਉਹਨਾਂ ਨੇ ਪੁੱਛਿਆ ਕਿੱਥੇ ਹੋ ਰਹੀ ਆ, ਤਾਂ ਉਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਮਹੱਲਾ ਪਹਿਲਾ ਇਹ ਸ਼ਬਦ ਉਚਾਰਨ ਕਰਦੇ ਹਨ, ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਜਿਹੜਾ ਆਕਾਸ਼ ਹੈ ਇਹ ਥਾਲ ਹੈ ਉਸ ਅਕਾਲ ਪੁਰਖ ਦਾ, ਕਿਉਂਕਿ ਸਾਰੇ ਉਹਦੇ ਹੁਕਮ ਅੰਦਰ ਚੱਲ ਰਹੇ ਹੈ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਇਹ ਸਾਰੇ ਗ੍ਰਹਿ, ਸਾਰੀਆਂ ਧਰਤੀਆਂ, ਸਾਰੇ ਆਕਾਸ਼, ਇਹ ਸਾਰੇ ਉਸ ਦੇ ਹੁਕਮ ਚੱਲਦੇ ਹੈ। ਇਹਦਾ ਮਤਲਬ ਇਹ ਇਹਨਾਂ ਤੋਂ ਵੀ ਵੱਡਾ ਹੈ। ਵੱਡੀ ਹੂੰ ਵੱਡਾ, ਵੱਡਿਆਂ ਤੋਂ ਵੱਡਾ। ਹੁਣੇ ਰਾਗੀ ਸਿੰਘ ਪੜ੍ਹ ਰਹੇ ਸੀ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕਨ ਜਾਪਨ ਕਰਤਵਾ। ਨਾ ਤੇਰੇ ਰੰਗਾਂ ਦਾ ਅੰਤ ਹੈ, ਨਾ ਤੇਰੇ ਕੰਮਾਂ ਦਾ ਅੰਤ ਹੈ। ਜੀਆਂ ਅੰਦਰ ਜੀਓ ਸਭ ਕੁਝ ਜਾਣ ਲਾ, ਤੂੰ ਸਾਰਿਆਂ ਦੇ ਅੰਦਰ ਆਤਮਾ ਬਣ ਕੇ ਬੈਠਾ, ਸਭ ਦੇ ਹਿਰਦਿਆਂ ਨੂੰ ਜਾਣ ਰਿਹਾ। ਜੀਆਂ ਅੰਦਰ ਜੀਓ ਸਭ ਕੁਝ ਜਾਣ ਲਾ, ਸਭ ਕੁਝ ਤੇਰਾ ਵਸ, ਤੇਰਾ ਘਰ ਭਲਾ, ਤੇਰਾ ਘਰ ਵੱਡਾ ਹੈ, ਚੰਗਾ ਹੈ। ਸਾਰੀ ਦੁਨੀਆ ਤੇਰੇ ਹੱਥ ਵਿੱਚ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇਸ ਕਰਕੇ ਤੂੰ ਬੜਾ ਵਿਸ਼ਾਲ ਹੈ, ਬੜਾ ਵੱਡਾ ਹੈ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਆਕਾਸ਼ ਥਾਲ ਹੈ ਉਸ ਦਾ। ਚੰਦਰਮਾ ਤੇ ਸੂਰਜ 12-12 ਘੰਟੇ ਲਗਾਤਾਰ ਆਰਤੀ ਵਿੱਚ ਹਾਜ਼ਰੀ ਭਰਦੇ ਆ। ਕਦੇ ਚੰਦਰਮਾ ਜਗਦਾ, ਕਦੇ ਸੂਰਜ ਜਗਦਾ। ਇਹ ਦੀਵੇ ਹਨ ਉਸ ਦੇ ਜਗਾਏ ਹੋਏ। ਤਾਰਕਾ ਮੰਡਲ ਜਨਕ ਮੋਤੀ, ਤੇ ਜਿਹੜੇ ਤਾਰੇ ਵਿੱਚ ਰੱਖੇ ਹੋਏ ਆਕਾਸ਼ ਦੇ, ਇਹ ਜਿਵੇਂ ਤੁਸੀਂ ਫੁੱਲ ਰੱਖੇ ਆ। ਉਹ ਕਹਿਣ ਲੱਗੇ ਫਿਰ ਖੁਸ਼ਬੂ ਕਿਹੜੀ ਆ, ਧੂਫ ਕਿਹੜੀ ਆ? ਤਾਂ ਧੂਫ ਵੀ ਲਾਈ ਆ। ਉਹਨੇ ਸੋਚਿਆ ਸ਼ਾਇਦ ਬਾਬੇ ਨਾਨਕ ਦੇ ਕੋਲ ਇਹਦਾ ਜਵਾਬ ਹੋਣਾ ਹੀ ਨਹੀਂ ਵੀ ਧੂਫ ਕਿਹੜੀ ਆ ਉਹਨੂੰ ਜਾ ਰਹੀ ਆ। ਕਹਿੰਦੇ ਧੂਫ ਮਲਿਆਨ ਲੋ ਪਵਨ ਚਵਰੋ ਕਰੇ।
सगल बनराए फुलंत ज्योति, सारी बन राज, सारी यह कुदरत जिहड़ी है, देखो किन्ने तरह के दरख्त है, किन्ने तरह के फुल है, किन्ने तरह के उन्हां दी खुशबू है। एक हिमालय पर्वत वाले पासे चंदन के दरख्त उगड़ते हैं, उन्हां दी महकार, उन्हां दी खुशबू तो बेअंत है। धूप मलियान लोग कहते जिहड़ी उन्होंने धूप जा रही है ना, वो हिमालय पर्वत ते लगे चंदन के दरख्तों की खुशबू उन्होंने धूप जा रही है। और धूप भी बड़ी है, उन्होंने एक निक्की जी अगरबत्ती नाल नहीं सरना। कहो सतनाम सी। कहने अच्छा फिर चौर कित्थे हुंदा, असीं तां चौर भी करते हैं। कहने ये चौर नहीं है, ओहदा चौर ये हवा कर रही है। जदों ये दरख्तां नूं हिलाउंदी है, मानो उस परमेश्वर ते चौर करदी है। पवन चवरो करे सगल बनराए फुलंत ज्योति। तुसी आरती तो बाद फुल सिटदे हो, तुसी तां तोड़ के लिआंदे आ पौधिਆਂ तो। ये सारे पौधे अपने पैदा किए हुए फुल उस अकाल पुरख तो वार रहे न, भेंट कर रहे हैं। सगल बनराए फुलंत ज्योति, कैसी आरती होए भाव खंडना तेरी आरती। इयों दसदे दसदे धन गुरु नानक देव जी का ध्यान सुरत जिहड़ी है परमेश्वर विच डुब गई, मस्त हो गए उहदे विच। और मस्त होकर कहन लगे वाह परमेश्वर, भाव खंडना साडे डरां नूं खत्म करन वाले आ। जे उस वड्डे दे नाल दोस्ती पै जावे, सारियां दे डर सानूं खत्म हो सकदे आ, पर जे पवे तां फेर ही है ना। जिवें सतगुरु हरगोबिंद साहिब जी दे पल्ले ग्वालियर दे सारे कैदी लग गए, ते जदों गुरु हरगोबिंद साहिब जी का पल्ला जिन्हां ने फड़ लिया, उन्हां दे डर खत्म हो गए। वो जहांगीर दे कैद विचों भी छुट गए। तां ते उहदे नाल जुड़ना चाहिए, जिवें आपां पिछे पढ़िया, जेठ जुड़ंदा लोड़ी है जिस अगे सब निवन। आओ आपां उहदे नाल जुड़ीए जिहदे अगे सारी दुनिया झुकदी है। सज्जन दावण लगिया किसे न देई बन। जी उस मालक दे पल्ले लग जाइए, दावण हुंदा पल्ले। सज्जन दावण लगिया किसे न देई बन, सानू कोई रोक टोक नहीं सकदा। सज्जन दावण लगिया किसे न देई बन। इस तरह इत्थे सतगुरु पातशाह जी कहंदे ओ परिपूर्ण परमेश्वर परमात्मा जो है, कैसी आरती होए भव खंडना तेरी आरती। ओ साडे दुखां दा खात्मा करन वाले मालका, तेरी किड्डी सोहनी आरती हो रही है। कुदरत विच ओहदी आरती हो रही है। कुदरत करके वसिया सोए, सृष्टि नूं बना के इहदे विच ही ओह रमिया होया है। इस करके ओहदी आरती कुदरत विच हो रही है। अणहत्ता शब्द वजंत भेरी, अणहद वाजे भेरियां शहनाइयां तूतियां बाहर भी ते मनुख दे अंदर भी बज रही हैं। घर मैं घर दिखाए दे सो सतगुर पुरख सुजान। कोई मैनू इस घर विचों मेरा घर विखा देवे किहड़ा है। भाव असीं पैर दे गूठे तो लैके सिर दे तालूए तक, रोमां तक असीं इहदे विच विचरदे हां। साडी सुरत कदे किते हुंदी है, कदे किते हुंदी है। भगतां ने नाम जपण वाले ब्रह्म ज्ञानियां ने इहदे विच 72 घर दस्से आ। बटुआ एक, सारा शरीर एक बटुआ है। 72 आधारी, इहदे विच 72 खाने हन। किसे च कुछ है, किसे च कुछ है, पर आपां सारे शरीर दे मालक हां। जिवें आपां सारी कोठी दे मालक तां हां, पर आराम तो आप रोजाना इक्को थां ते करते हैं ना। इस तरह जीव आत्मा का आराम करन दा स्थान किहड़ा है? वो 10वां द्वार है। उसे नूं बाबा जी पुछदे आ, धन गुरु नानक देव जी कहंदे, घर मह घर दिखाए दे सो सतगुर पुरख सुजान। ते उथों दियां निशानियां मैं सुनियां नाम जपण वालियां तो। जे किसी ने मैनूं सही ठिकाना दस दिता ते उथों दी ये लक्षण है, निशानी है।
ਪੰਜ ਸ਼ਬਦ ਤੁਨ ਘਾਰ ਧੁਨ, ਉੱਥੇ ਪੰਜ ਸ਼ਬਦ ਪੰਜ ਬਾਜੇ ਵੱਜ ਰਹੇ ਹਨ। ਤੂਤੀਆਂ ਦੀ ਆਵਾਜ਼, ਬਰੀਕ ਘੁੰਗਰੂਆਂ ਦੀ ਆਵਾਜ਼, ਬੰਸਰੀ ਦੀ ਆਵਾਜ਼, ਬਾਜੇ ਦੀ ਆਵਾਜ਼, ਭੀਂ ਭੀਂ ਦੀ ਆਵਾਜ਼ ਤੇ ਢੋਲ ਦੀ ਆਵਾਜ਼। ਢੋਲ ਦੀ ਆਵਾਜ਼ ਵੀ ਆ ਰਹੀ ਹੈ ਔਰ ਬਰੀਕ ਤੋਂ ਬਰੀਕ ਆਵਾਜ਼ਾਂ ਵੀ ਆ ਰਹੀਆਂ, ਜਿੱਥੇ ਸੁਣਦੀ ਸੁਣਦੀ ਬੜੀ ਬਰੀਕ ਹੋ ਜਾਂਦੀ ਆ। ਕਹਿੰਦੇ ਮੈਨੂੰ ਕੋਈ ਉਸ ਘਰ ਬਾਰੇ ਦੱਸ ਦੇਵੇ। ਪੰਜ ਸ਼ਬਦ ਤੁਨ ਘਾਰ ਧੁਨ ਤੈ ਬਾਜੈ ਸਾਚ, ਸ਼ਬਦ ਨਿਸ਼ਾਨ, ਨਿਸ਼ਾਨ ਹੁੰਦਾ ਢੋਲ। ਉੱਥੇ ਸੱਚੇ ਸ਼ਬਦ ਦੀਆਂ ਆਵਾਜ਼ਾਂ ਆ ਰਹੀਆਂ। ਇਸੇ ਤਰ੍ਹਾਂ ਪ੍ਰੀਤਮ ਜੀ ਕਹਿੰਦੇ ਤੇਰੇ ਘਰ ਵਿੱਚ ਕਿੰਨੇ ਬਾਜੇ ਵੱਜ ਰਹੇ ਹੈ। ਅਣਹੱਤਾ ਸ਼ਬਦ ਵਾਜੰਤ ਫੇਰੀ ਰਹਾ। ਫਿਰ ਉਹ ਪੰਡੇ ਕਹਿਣ ਲੱਗੇ ਮੰਨਿਆ, ਮੰਨੀ ਤੁਹਾਡੀ ਗੱਲ ਬਈ ਇਹ ਜਿਹੜਾ ਹੈ ਆਰਤੀ ਹੋ ਰਹੀ ਹੈ ਉਸ ਦੀ, ਪਰਮੇਸ਼ਰ ਦੀ। ਕੌਣ ਕੌਣ ਆਰਤੀ ਕਰਦਾ ਇਹ ਵੀ ਦੱਸ ਦਿੱਤਾ ਸਾਨੂੰ ਤੁਸੀਂ, ਪਰ ਹੁਣ ਇਹ ਦੱਸੋ ਵੀ ਜਿਹਦੀ ਆਰਤੀ ਹੁੰਦੀ ਹੈ ਉਹ ਕਿੱਥੇ ਹੈ। ਜਿਵੇਂ ਸਾਡੇ ਤੋਂ ਸਾਹਮਣੇ ਮੂਰਤੀ ਹੈਗੀ ਜਗਨਨਾਥ ਦੀ, ਕਹੋ ਸਤਨਾਮ ਸ੍ਰੀ, ਤੁਸੀਂ ਦੱਸੋ ਰੱਬ ਕਿੱਥੇ ਹੈ ਜਿਹਦੀ ਆਰਤੀ ਹੋ ਰਹੀ ਹੈ। ਫਿਰ ਰਹਾਉ ਤੋਂ ਅਗਲਾ ਸ਼ਬਦ ਆਰੰਭ ਕਰਦੇ ਆ ਸਤਿਗੁਰੂ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਮਾਲਕਾ ਤੇਰਾ ਕਿਤੇ ਕੋਈ ਇੱਕ ਅੱਖ ਹੈ। ਤੇਰੀਆਂ ਇੱਕ ਜਾਂ ਦੋ ਅੱਖਾਂ ਨਹੀਂ, ਤੇਰੀਆਂ ਸਹਿਸ ਹੁੰਦੀਆਂ ਹਜ਼ਾਰਾਂ ਅੱਖਾਂ ਹਨ। ਤੇ ਉਹ ਹਜ਼ਾਰਾਂ ਅੱਖਾਂ ਕਿੱਥੇ ਹੈ ਜਿਹੜੀਆਂ ਸਾਡੇ ਲੱਗੀਆਂ ਹੋਈਆਂ, ਇਹਨਾਂ ਦੇ ਵਿੱਚ ਦੀ ਉਹੋ ਹੀ ਵੇਖਦਾ। ਕਹੋ ਸਤਨਾਮ ਸ੍ਰੀ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਕਹਿਣ ਲੱਗੇ ਮਾਲਕਾ ਇਹਨਾਂ ਹਜ਼ਾਰਾਂ ਅੱਖਾਂ ਦੇ ਵਿੱਚੋਂ ਤੁਸੀਂ ਹੀ ਦੇਖ ਰਹੇ ਹੋ, ਇਹ 'ਚ ਕੋਈ ਸ਼ੱਕ ਨਹੀਂ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਦੱਸੋ ਹੁਣ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਕਿੱਥੇ ਦੇਖਣਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇਹਰ ਮੇਲਾ, ਸਿਰਫ ਤੇ ਸਿਰਫ ਇੱਕ ਦੁਨੀਆ ਇੱਕ ਮੇਲਾ ਹੈ। ਦਸਤਗੀਰੀ ਨਾਹੇ, ਇਹ ਕਿਸੇ ਦਾ ਫੜਿਆ ਹੋਇਆ ਨਹੀਂ, ਕਿਸੇ ਦੇ ਹੱਥ ਵਿੱਚ ਨਹੀਂ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਉਸ ਦੇ ਅੰਦਰ ਖੁਸ਼ਬੂ ਵੀ ਜਾ ਰਹੀ ਹੈ, ਉਹ ਖੁਸ਼ਬੂ ਵੀ ਲੈ ਰਿਹਾ ਹੈ। ਤੁਹਾਡੀਆਂ ਥਾਲੀਆਂ ਨਿੱਕੇ ਨਿੱਕੇ ਦੀਵੇ ਜਗਾ ਕਰਕੇ ਉਸ ਪਰਮਾਸ਼ਰ ਦੀ ਜਿਹੜੀ ਹੈ ਆਰਤੀ ਨਹੀਂ ਹੋ ਸਕਦੀ। ਉਹ ਜੰਮਣ ਮਰਨ ਤੋਂ ਪਰੇ ਹੈ, ਭਵ ਖੰਡਨ। ਸਾਡੇ ਵੀ ਜੰਮਣ ਮਰਨ ਨੂੰ ਕੱਟਣ ਵਾਲਾ ਹੈ ਤੇ ਖੁਦ ਵੀ ਜੰਮਣ ਮਰਨ ਵਿੱਚ ਨਹੀਂ। ਪੰਡਤ ਕਹਿੰਦੇ ਅਸੀਂ ਭੇਰੀਆਂ ਤੂਤੀਆਂ ਬਾਜੇ ਵਜਾਉਂਦੇ ਹਾਂ। ਪਾਤਸ਼ਾਹ ਕਹਿੰਦੇ ਉਹਦੀਆਂ ਬਾਜੇ ਹਰ ਮਨੁੱਖ ਦੇ ਅੰਦਰ ਵੱਜਦੇ ਆ, ਜਿਨ੍ਹਾਂ ਨੂੰ ਅਣਹਦ ਬਾਜੇ ਕਹਿੰਦੇ ਹਨ। ਤਾਂ ਕਹਿਣ ਲੱਗੇ ਫਿਰ ਉਸ ਦਾ ਰੂਪ ਦੱਸੋ। ਪਾਤਸ਼ਾਹ ਕਹਿੰਦੇ ਉਸ ਦਾ ਸਰੂਪ ਕਿਆ ਦੱਸਾਂ। ਸਹਿਸ ਤਵ ਨੈਣ, ਉਹਦੀਆਂ ਹਜ਼ਾਰਾਂ ਅੱਖਾਂ ਹਨ ਔਰ ਇਹਨਾਂ ਹਜ਼ਾਰਾਂ ਅੱਖਾਂ ਦੇ ਵਿੱਚੋਂ ਉਹ ਆਪ ਦੇਖਦਾ। ਸਹਿਸ ਮੂਰਤ ਨਨਾ ਏਕ ਤੋਹੀ, ਉਹਦਾ ਇੱਕ ਸਰੀਰ ਨਹੀਂ ਹੈ। ਇਹ ਹਜ਼ਾਰਾਂ ਸਰੀਰ ਉਸੇ ਨੇ ਆਪ ਦੇ ਲਈ ਬਣਾਏ ਹੈ, ਕੁਦਰਤ ਕਰਕੇ ਵਸਿਆ ਸੋਏ। ਇਹਨਾਂ ਹਜ਼ਾਰਾਂ ਸਰੀਰਾਂ ਦੇ ਵਿੱਚ ਉਹ ਹੀ ਵਸਦਾ ਹੈ। 10ਵੇਂ ਪਾਤਸ਼ਾਹ ਜੀ ਨੇ ਵੀ ਇਸ ਗੱਲ ਨੂੰ ਕੱਟਿਆ, ਭਗਤ ਕਬੀਰ ਸਾਹਿਬ ਜੀ ਹੋਰਾਂ ਨੇ ਵੀ ਇਸ ਗੱਲ ਨੂੰ ਕੱਟਿਆ ਕਿ ਜਿਨ੍ਹਾਂ ਲੋਕਾਂ ਨੇ ਇਹ ਸਮਝਿਆ, ਮੁਸਲਮਾਨ ਵੀਰ ਕਹਿੰਦੇ ਸਾਡਾ ਮੱਕੇ 'ਚ ਖੁਦਾ ਹੈ, ਚੜ੍ਹਦੇ ਵੱਲ ਨਹੀਂ, ਤੇ ਚੜ੍ਹਦੇ ਵਾਲੇ ਹਿੰਦੂ ਲੋਕ ਕਹਿੰਦੇ ਸਾਡਾ ਤਾਂ ਦਵਾਰਕਾਪੁਰੀ ਦੇ ਵਿੱਚ ਹੀ ਜਾਂ ਇੱਧਰ ਕਾਸ਼ੀ ਦੇ ਵੱਲ, ਗੰਗਾ ਦੇ ਵੱਲ ਹੀ ਸਾਡਾ ਰੱਬ ਹੈ, ਛਿਪ ਦੇ ਵੱਲ ਨਹੀਂ। ਉਹ ਚੜ੍ਹਦੇ ਵੱਲ ਮੱਥਾ ਟੇਕਦੇ ਆ, ਉਹ ਛਿਪ ਦੇ ਵੱਲ ਮੱਥਾ ਟੇਕਦੇ ਹੈ। ਪਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਹਰ ਥਾਂ 'ਤੇ ਹੈ। 10ਵੇਂ ਪ੍ਰੀਤਮ ਜੀ ਇਸ ਗੱਲ ਨੂੰ ਕਲੀਅਰ ਕਰਦੇ ਕਹਿੰਦੇ ਹਨ, ਕਾਹੂ ਲੈ ਪਾਹਨ ਪੂਜ ਧਰਿਓ ਸਿਰ,
काहू ला लिंग गरे लटकायो, काहू लखियो हर आवाची दिशा में, काहू पछा को शीस निवायो। को बुतान को पूजित है पस, को मृतान को पूजन धायो। कोई बुत्तां नूं पूजी जांदा है, कोई मरिया होया मनुखां नूं रब करके पूजी जांदा है। कूर किरिया उर्जियो सब ही जग, सी भगवान को भेद न पायो। ओ परमेश्वर निर्गुण स्वरूप है, उसका कोई रूप नहीं, ओदी कोई एक मूर्ति नहीं। चक्कर चिन्ह अर वर्ण जाति अर पात नाहन जेहे, रूप रंग या रेख भे को कह ना सकत कहे। उसका कोई रंग रूप रेख भेख नहीं। इन्हां हजारां शरीरां दे विच उसे दा ही वासा है। जिस तरह पातशाह दा एक वचन है कि आपे ही फुल बन गया, आपे ही भौरा बन के खुशबू लैन आ गया, आपे ही पानी बन गया, आपे ही मच्छियां बन गया, आपे ही शिकारी बन के मच्छियां फड़न आ गया। कोई सतनाम श्री प्रीतम का वचन है, आपे रसिया आप रस, आपे रावण हार, आपे होवे चोलड़ा, आपे सेज पधार। रंग रता मेरा साहिब रव रहे आ भरपूर। ओ मेरा मालक तरह तरह के रंग विखाउण वाला हर थां ते ही रम रहा है। कोई भी ऐसा थां नहीं जिहड़ा उस तो बगैर खाली होवे, ऐसा कोई थां नहीं है। इस करके सहस तब नैन नन नैन है तोहे को, सहस मूर्त नना एक तो ही सहस पद बिमल। तेरे हजारां ही पवित्र पैर हन, भाव इन्हां पैरां ते ओही तुरिया फिरदा। सारी सृष्टि के जीवां विच ओही वसदा है। इस करके सतगुरु पातशाह जी बख्शिश करते हैं कि वो परिपूर्ण परमेश्वर परमात्मा किते ओले च नहीं बैठा, ये कुदरत दे विचे ही समाया होया है। सहस पद बिमल नाना एक पद, एक जां दो पैर नहीं उसदे, हजारां पैरां ते ओही तुरिया फिरदा। एक साधु ने अपने चेले नूं अगे गद्दी देनी है, पर उस गद्दी दे दो दावेदार बनते हैं चेले। हुण दोवां दे विचों एक नूं चुनना, एक नूं ही गद्दी दा मालक बनाया जांदा हमेशा। उसले गुरु प्यारिओ परीक्षा लई अपने दोनां चेलियां दी, कहंदी उन्हां दोवां चेलियां नूं दो पंछी फड़ा दिते। कहंदे इन्हां नूं उत्थे मार के लिआओ जिथे कोई देखदा ना होवे। एक सज्जे नूं चलिया गया, दूजा खब्बे नूं चलिया गया। एक थोड़ा दूरी जाके किते ओले होया, कोई बंदा नहीं दिखाई दिता, जिथे जाके उसने ओदी धौन मरोड़ी ते मार के सब तो पहला आ गया, दूजे तो पहला आ गया। कहंदा लो जी मार लियांदा, हुण मैनूं दिओ गद्दी। कहंदे ठहर जा, दूजे नूं भी आ जाण दे ना। वो काफ़ी समा घुम घम के मुड़िया आ ते जिउंदा ही पंछी हत्थ च फड़िया होया। साध कहन लग्या भी तू मार के नहीं लिआया। कहने महाराज तुसी हुक्म कीता सीगा भी उत्थे मारना जिथे कोई देखदा ना होवे। कहने हाँ। कहने फिर मैनू ऐसा कोई थां नहीं लभ्या जिथे कोई ना देखदा होवे। कहंदी आ तां मार लिआया, ये तां कहना मैं मार लिआया, किधरे ओले जाके तू भी मार लिआउंदा। कहना मैं किवें मार लिआउंदा, कित्थे मारदा। जे मैं दुनिया तो ओले भी चलिया जांदा इहनूं मारन वास्ते ते घट्टो घट साडियां चार अखां तां साडे नाल ही सीगियां। मैं मारदा होया इहनूं वेखदा ते इह मैनूं वेखदा, फिर तुसीं किहा सी जिथे कोई वेखदा ना होवे, इस करके मैं तां नहीं मार सकिया। तो साध कहन लग्या बस तू ही चाहीदा सीगा जिहड़ा इह गल समझ लवे कि हर थां ते परमेश्वर दा वासा है, ओह ही धर्म नूं चला सकदा है, ओह ही असली धर्मी है। तो मेरे प्रीतम जी बख्शिश करते हैं कि तेरे हजारां पैरां ते तू ही तुरिया फिरदा है। आपे रसिया आप रस, आपे रावण हार, आपे होवे चोलड़ा, आपे सेज पधार। जिवें साडी अंदर चेतना जो है वो चेतना साडे पैरां तो भी काम लै रही है, शरीर नूं किधरे लिजाण वास्ते। अगों किसे दे विच ना वजीए, ਉਹੀ चेतना साड़ियाँ अखां विच दी वेख भी रही है, रस्ते नूं पैरां नूं भी तोड़ रही है। ਉਹੀ चेतना साडे कन्नां विचों
ਅੱਗੋਂ ਪਿੱਛੇ ਆਉਂਦੀਆਂ ਆਵਾਜ਼ਾਂ ਵੀ ਸੁਣਦੀ ਹੈ। ਉਹੀ ਚੇਤਨਾ ਸਾਡੇ ਹੱਥਾਂ ਤੋਂ ਕੰਮ ਵੀ ਕਰਾਉਂਦੀ ਹੈ। ਇਸ ਤਰ੍ਹਾਂ ਸਾਡੇ ਸਰੀਰ ਦੇ ਸਾਰੇ ਅੰਗਾਂ ਤੋਂ ਜਿਹੜਾ ਕੰਮ ਲੈ ਰਿਹਾ ਉਹ ਕੌਣ ਹੈ? ਕਿਉਂਕਿ ਵੇਖਣ ਵਾਲਾ ਹੋਰ ਹੈ ਤੇ ਅੱਖ ਹੋਰ ਹੈ। ਜਦੋਂ ਬੰਦਾ ਕਹਿੰਦਾ ਮੈਂ ਵੇਖਿਆ, ਐਂ ਤਾਂ ਨਹੀਂ ਕਹਿੰਦਾ ਮੇਰੀ ਅੱਖ ਨੇ ਵੇਖਿਆ। ਅੱਖ ਤਾਂ ਇੱਕ ਸਾਧਨ ਹੈ। ਜਿਵੇਂ ਤਰਖਾਣ ਦੇ ਕੋਲ ਤੇਸਾ, ਆਰੀ, ਹਥੌੜਾ ਆਦਿ ਕੰਮ ਕਰਨ ਲਈ ਸਾਧਨ ਹਨ, ਉਹਨਾਂ ਨੂੰ ਵਰਤਦਾ ਹੈ। ਪਰ ਜਦੋਂ ਉਹਨਾਂ ਸੰਦਾਂ ਨੂੰ, ਤੇਸੇ, ਆਰੀ, ਹਥੌੜੇ ਆਦਿ ਨੂੰ ਪਾਸੇ ਰੱਖ ਦਿੰਦਾ ਹੈ ਤੇ ਤਰਖਾਣ ਅਲੱਗ ਹੋ ਜਾਂਦਾ ਹੈ, ਉਹਦੇ ਹਥਿਆਰ ਅਲੱਗ ਹੋ ਜਾਂਦੇ ਹੈ। ਇਸੇ ਤਰ੍ਹਾਂ ਹੀ ਨਾਮ ਜਪਣ ਵਾਲੀਆਂ ਰੂਹਾਂ ਜਦੋਂ ਸਿਮਰਨ ਵਿੱਚ ਬੈਠਦੀਆਂ ਉਦੋਂ ਸਰੀਰ ਨੂੰ ਛੱਡ ਕੇ ਉਸ ਇੱਕ ਨਾਲ ਜੁੜ ਕੇ ਇਹ ਤੋਂ ਅਲੱਗ ਹੋ ਕੇ ਬਹਿੰਦੀਆਂ। ਉਹਨੂੰ ਕਹਿੰਦੀ ਹੈ ਬੇਦੇਹੀ, ਦੇਹ ਤੋਂ ਪਾਸੇ ਹੋ ਕੇ ਬਹਿਣਾ। ਰਾਜੇ ਜਨਕ ਦੇ ਬਾਰੇ ਇਹ ਗੱਲ ਪ੍ਰਚਲਿਤ ਹੈ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, एक घड़ी के सिमरने पापी तरे अनेक। उसने अपनी देह तो अलग होना सीखिया जिउंदे जी। मरण तो बाद तो सारे मर जाएंगे, शरीर छड्ड जाएंगे, पर जिन्हां ने मरण तो पहला मरना सीख लिया, मरता मरता जग मुआ मर भी न जानिया कोई। जिन्हां ने मरना ही नहीं सीखिया, इत्थे मरना भी सिखाया जाता है ते इत्थे जीवन किवें जिउणा ये भी सिखाया जाता है। पवित्र बाणी दे विचों सानू जीवन जाच भी सिखाई जाती है ते जदों मरना ते उदों मरना किवें है वो भी इत्थे दस्सिया होया बाणी दे विच। मरता मरता जग मुआ पर भी न जानिया कोई। ऐसी मरनी जो मरे बहुर न मरना होए। क्या जाना कि मरेंगे कैसा मरना होए। जेकर सह मनो ना विसरै ते सहला मरना होए। सहस पद पातशाह जी कहते सहस पद बिमल नाना एक पद। तेरा एक पैर नहीं हजारां पैर है। गंध बिना तेरे आपदे कोई नक नहीं है। शायद इसे करके ओदा एक नाम ना नक भी होया है। कहो सतनाम श्री। गुरु नानक देव जी का नाम नानक रखिया गया, मतलब कि वो शरीर तो अलग चीज़ है। शरीर की वरतों करता है पर शरीर नहीं है। ताइयों तो पातशाह बाणी च कहते हैं, मरग ते आपां शब्द सुनते हैं, कौन मूआ रे कौन मूआ ब्रह्म ज्ञानी मिल करो विचारा। ये तो चलत पया पवन है मैं पवन समाया, ज्योति में ज्योत रल जाया। माटी माटी होई एक, रोवन हारे की कवन टेक। कहते तुसीं रोंदे किहनूं हो, तुसीं रोंदे किहनूं हो। जे तां सरीर नूं रोना तो तुहाडे कोल पिया, रख लो घरे। ते जी उस नूं रोने जिहड़ा बोलदा सीगा वो मरदा ही नहीं, वो निकलिया विचों। सब मैं जोत जोत है सोए, वो जोत है। गंध बिना सहस तब गंध इव चलत मोही। तेरियां इन्हां चालां ने मैनू मोह लिया महाराज। मैं तेरे इन्हां कौतुकां नूं देख के बड़ा प्रभावित हो गया, बड़ा हैरान हाँ। गंध बिना नक तो बगैर तू खुशबू भी लैंदा, तेरा आपदा कोई नक नहीं। भाव है शरीर दे वर्गा सूखम शरीर एक होर है जिस दे कोई हड्ड मास नहीं है। ਇਹਦੇ बारे आशा जी की बात चो पढ़ लो। सूखम मूर्त नाम निरंजन काया का आकार। इस काया दे वर्गा ही है, मेरा मेरे वर्गा, तुहाडा तुहाडे वर्गा रब। जदों भी किते परमेश्वर किसी भगत नूं मिलिया ना, उन्होंने दे वर्गा ही बन के मिले। जा धन्ने का काम किया तो धन्ने दे नाल जिहड़ा दूसरा आई पावर वो परमेश्वर उहदी आत्मा ही सीगी, वो सामने नाल ही खड़ के उहदे काम कराउंदा रहा। कबीर साहब जी के घरे लंगर की अलाउंसमेंट हुई, कबीर साहब ने कोई इंतजाम नहीं किया, घरे गरीबी है, माया पक्ष तो समा लंघदा, 2 टाइम का प्रशादा छकदे आ, भगती बहुत ज़्यादा आ। तो जो लॉसमेंट हो गई तो दुनिया इकट्ठी होने लगी तो माता लोई जी कहते जी तुसी लॉसमेंट की आ, कहते भी आपा तो नहीं की, जिन्हें की आपे खवाऊगा आपा नूं की। बई उन्होंने ब्राह्मणों विचों भी लॉसमेंट फिर उसे ने करवाई आ। कहो सतनाम श्री।
काशी के ब्राह्मणों ने जानबूझ के लॉसमेंट करती, मैं कबीर साहब की निंदिया होगी, बेइज्जती होगी। काफ़ी बेड़े विच लोग इकट्ठे हो गए। माता लोई जी कहने महाराज करो कुछ जे करना तो नहीं, इन्हों जवाब दो भाई साडे कोई लंगर नहीं हैगा अज। कहते ना ना आपां जवाब नहीं देना गा, जिन्हें सद्दे आपे खवाऊगा। इन्नी गल कह के कबीर साहब जी घरों बाहर निकल के जाके खेतों में ते चौकड़ा मार के समाधि ला के सिमन विच बैठ गए। कबीर साहब घरों पासे हो गए। जो कबीर साहब घरों पासे होए तो दूसरा परमेश्वर कबीर बन के उत्थे आ गया। मतलब जिन्ना चिर साडी मैं पासे नहीं हुंदी उन्ना चिर तू नहीं आउंदा। कहो सतनाम श्री। उन्ना चिर परमेश्वर किवें आवे जिन्ने चिर विच साडी मैं फसी हुई आ। कबीर साहब ने अपनी मैं पासे कर लई आ ते ओह परमेश्वर कबीर बन के आ गया। फिर लोई साहब नूं मिले, किते दिसे बेड़े च घुमने, कहने महाराज कुछ करो जां इन्हां नूं भेज दिओ। वो कहने करदे आ फिक्र ना कर। वो अपने घरे मठियाई पई सी ना, वो ब्याह चों आई सी, आपां वो वरता दिंदे आ। कहो सतनाम श्री। ये परमेश्वर दे विच पावर है, भगतां विच भी है। हरन भरन जाका नेत्र फोट इसका मंत्र ना जाने होर। सुखमनी साहब दा बचन। एक मिनट दे विच ओह राई तो पहाड़ बना सकदा ते पहाड़ नहीं राई बना सकदा। कहने सेवादार नूं भेजो। अपने दोस्त मित्रे भगत कबीर साहब जी के मगर चले गए। वो परमेश्वर कमरे च गए। कमरे थोड़ी जी मठियाई घड़े च पई सी, उही मठियाई वधा लई आ, अंदर ही बर्तन तैयार कर ले ते सेवादारां नूं कहंदे वरताओ सारियां नूं। ते जिन्नी जनता उत्थे आई सी वो ब्राह्मण भी आए सी ये वेखण वास्ते भी अज कबीर साहब की किन्नी बेइज्जती होऊगी। तां कमरे दे विचों थालियां लगियां लगाइयां मठियाई दियां बाहर आउण लगियां, सारियां नूं वरतातियां। ते नाल ही अंदरों आवाज़ आई कमरे चों, इन्हां नूं कह दिओ भांडे नाल ही लै जाण, साडे मांजण दा इंतजाम नहीं हैगा। कोई सतनाम श्री। हुण लोग कोई खाई जांदा, कोई नाल लई जांदा भांडियां दे विच, ते नाले रस्ते विच करदे जांदे आ धन कबीर धन कबीर। जिधर कबीर साहब बैठे सी उत्थों दे भी दो चार टप्पे गल्लां करदे। यार कमाल हो गई, कबीर ने किन्ना वड्डा लंगर चलाया। कबीर साहब जी के कंन च पिया भी यार अज दा लोकां ने मैनू माड़ा कहना सी, ये सिफतां करदे जांदे आ। पुछया भी तुसीं कित्थों आए हो? कहने कबीर दे घरों आए बाबा। वो कबीर साहब नूं जाणदे नहीं होणे। कहने कबीर दे घरे तां अज मठियाई दा लंगर चलिया, देखो भांडे भी नाल दे कबीर साहब घरे आए। जब कबीर साहब घरे आए तो उस कमरे विच बड़े जिथों प्लेटां बाहर आ रही सी लाके थालियां मठियाई दियां, अंदर परमेश्वर खड़े आ कबीर साहब वर्गे ही। तो कबीर साहब ने जाके नमस्कार की, उन्होंने भी की। अंदरों आवाज़ आई, कहते जाओ जिहड़े पूरे ब्राह्मण बैठे ना 10-11 उन्होंने लॉसमेंट की सी, उन्होंने सरोपे भी दे के आओ, पता लगे भी भगत जिहड़े हन उन्होंने काम परमेश्वर करदा है। कबीर साहब दे विचों परमेश्वर समा गए और उन्होंने ब्राह्मणों नूं सरोपे भी दिते। बड़े शर्मशार होए जिन्हों ने बेइज्जती करने वास्ते लॉसमेंट की सी। तो अखीर माता लोई जी पुछदे जी तुसीं कमाल करती, पता नहीं लग्या ना भी ये रब सी जां कबीर सी, दोने इक्को जिहा रूप ही धार के आउंदे आ। पर उहदे नक नहीं है, उहदे हड्ड मास शरीर नहीं है। वह सूखम मूर्त नाम निरंजन काया का आकार, सतियां मन संतोख उपजै दे दे देना के विचार। इस तरह गुरु प्यारे हो माता लोई जी पुछदे तुसीं इन्नी मठियाई कित्थों लिआंदी है लंगर चलाता। पर कबीर साहब उत्थे सच बोलते हैं, कहते ना हम किया ना करांगे, ना कर सकै शरीर, जो कुछ किया सो हर किया, भयो कबीर कबीर, काम तां परमेश्वर कर गया, रौला मेरे नाम दा पै गया। सब मैं जोत जोत है सोए, तिस दा चानन सब मैं चानन होए। वो परिपूर्ण परमेश्वर परमात्मा जो सारियां दे विच वसदा है, उस दा ज्ञान ही सानू चला रहा है। इत्थे चानन का मतलब बल्ब का प्रकाश नहीं हैगा, इत्थे चानन का मतलब है ज्ञान। कीड़ी नूं भी ज्ञान दिता है। जदों बारिशां दा समां आउंदा तुसीं वेखदे हो कि कीड़ियां खड्डां विचों अंडे बाहर कढ लैंदियां, उन्हां नूं ज्ञान हो गया बई इन्हां दे विच पानी ना पै जावे, बच्चे मर जाणगे। चिड़ी नूं भी ज्ञान दिता है
अपने बोट नूं दाना भन के तरल बना के पानी वर्गा बना के खवाउंदी आ। कदे भी अपने बच्चे के मूँह चों साबता दाना नहीं पाउंदी, उहनूं पता है कि तो हले खाधा नहीं जाता, चबिया नहीं जाता। कहो सतनाम श्री। भाव जिन्हों जिन्ने जिन्ने ज्ञान की लोड़ है सब नूं दिता होया, पशुआं नूं भी, पंछियां नूं भी, मनुखां दे अंदर भी रखे। नानक निर्गुण गुण करे, औगणहारियां दी अते गुण करदा है, गुणवंतियां गुण दे, जिन्हां विच गुण है उन्हां नूं होर भी ज्ञान दे दिंदा गुण वधाउण वास्ते। जो मंगे ठाकुर अपने ते सोई सोई देवै। मेरे प्रीतम जी कहंदे सब मैं जोत जोत है सोए, तिसदा चानण सब मैं चानण होए। ये सारा उसे दा ही प्रकाश है साडे दिमागां दे विच, जो सानू समय समय दे नाल गाइड करदा है ते चलाउंदा है। तां पुछण वाले ब्राह्मण सिद्ध कहन लगे, सिख कहन लगे महाराज फिर उस परमेश्वर नूं पंडितां ने पुछिया महाराज असी फिर उसनूं किवें प्राप्त करिए? जोत तां असी भी लाई आ। कहंदे ये जोत नहीं हैगी ओह जिहड़ी दीवा तुसीं जगा के रखदे हो, वो जोत का मतलब है ज्ञान बुद्धि जो परमेश्वर ने सानू दिती हुई है। सब मैं जोत जोत है सोए, तिसदा चानण सब मैं चानण होए। कहंदे ओ जिहड़ी जोत है ना वो गुरु तो प्राप्त हुंदी है, वो ज्ञान गुरु तो प्राप्त हुंदा है। गुरु साखी गुरसाखी जोत प्रगट होए, गुरु दे कोल बैठ के जानो, ये गुरु ही समझावेगा। इस गूढ़ी गल नूं ये बुझारत है एक, ये गुरु ही बुझा के दसेगा, बुझ के दसेगा तुहानू। गुरसाखी जोत प्रगट होए ते नाले आरती केवल थाल घुमाउणा नहीं, जो तिस भावै सो आरती होए। जो परमेश्वर नूं भाउंदा है ओहो ही हुंदा है, ते जो हुंदा है ओहो मनुख प्रवान करे। जो परमेश्वर नूं भाउंदा है ओहो ही हुंदा है, ते जो हुंदा है वो मनुख नूं चंगा लगे, बस समझो आरती हो गई। तेरा भाणा मीठा लागे हर राह पदार्थ नानक मांगे। केवल ते केवल थाल घुमाउणा आरती नहीं, ਉਹਦੇ ਭਾਣੇ ਵਿੱਚ ਜਿਉਣਾ ही आरती है। कहो सतनाम श्री। खुश ही करना है ना, असी अपने माँ प्यो नूं खुश कर सकते हैं माँ प्यो की गल मन के, कि असी थाली घुमाई चलीए उन्हां दे सामने गल मनीए ना। कहो सतनाम श्री। जे माँ प्यो की असी उत्थे बाहर चौंटे विच बैठ के सत्थ विच बैठ के गल्लां करिए, मेरा बापू बड़ा तकड़ा बई, मेरे बापू दे कोल इन्नी जमीन है, साडे कोल इन्नी जमीन है, मेरे बापू दा इन्नियां वस्तुआं हैं, ते घरे बापू पानी मंगे ते अगों मूँह मोड़ के टप जाइए पानी फड़ाइए ना, फिर बापू कलियां सिफतां नाल नहीं खुश हुंदा। कहो सतनाम श्री। हाँ हुक्म मनिया ही खुश हुंदा है। जो तिस भावै सो आरती होए, हर चरण कवल मकरंद लोभित। इहो पातशाह दसदे दसदे परमेश्वर दे नाल फेर जुड़ गए। तेरे चरणां दे कमल फुल दे नाल मेरा मन भौरा बन के लग गया है। हर चरण कवल मकरंद लोभित मनो, अनदिनो मोहे आही प्यासा। बस महाराज मैनू एको ही इच्छा है कि मैं हमेशा तेरे चरणों के नाल भौरे की न्याई लगिया रहा, जिमें गुरु अंगद देव जी लगे रहे बाबे नानक जी नाल। 24 घंटे उन्होंने चरणों में हाजिर रहन लगे। जदों भी कोई बचन करते तुरंत उस बचन को सुन के काम पूरा कर दे। इस तरह जिमें पपीहे नूं हर वेले तीव्र इच्छा पानी की हुंदी है, बूंद सवांती बूंद ग्रहण करन की तीव्र इच्छा हुंदी है, जिस तरह भौरा फुल्लां की खुशबू नहीं छड्डदा, इस करके एक दिन भौरा खुशबू लैंदा लैंदा किसी ऐसे फुल विच बह जांदा रात नूं, जिहदा सुभाअ है कि रात नूं बंद हो जाना। वो भौरा फुल विच साह घुट के मर तां सकदा है, पर फुल्लां तो दूर नहीं जा सकदा। कहो सतनाम श्री। आखा जीवा विसर मर जाओ, आखने औखा साचा नाओ। उन्होंने उत्थे मरना कबूल है फुल्लां विच साह घुट के, पर छड्ड के दूर नहीं जाता। इस तरह बाबा नानक जी कहते महाराज मैं तेरे चरणों का भौरा बन जावां। हर चरण कवल मकरंद लोभित, मनो अनदिनो मोहे आही प्यासा। ये मेरी इच्छा है, जिमें
ਪਪੀਹੇ ਨੂੰ ਸਵਾਂਤੀ ਬੋਨ ਦੀ ਇੱਛਾ ਹੈ। ਕਿਰਪਾ ਜਲ ਦੇਹ ਨਾਨਕ ਸਾਰਿੰ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਕਿਰਪਾ ਕਰਕੇ ਇਸ ਨਾਨਕ ਨੂੰ ਕਿਰਪਾ ਦੀ ਸਵਾਂਤੀ ਬੂੰਦ ਦਿਓ ਤਾਂ ਕਿ ਮੈਂ ਤੇਰੇ ਵਿੱਚ ਮਿਲ ਜਾਵਾਂ, ਸਦਾ ਸਦਾ ਲਈ ਤੇਰੇ ਵਿੱਚ ਮਿਲ ਜਾਵਾਂ। ਇਹ ਸੀ ਪਵਿੱਤਰ ਸ਼ਬਦ ਤੀਸਰਾ ਸੋਹਿਲਾ ਸਾਹਿਬ ਜੀ ਦਾ, ਜਿੰਨੀ ਕੁ ਪਾਤਸ਼ਾਹ ਜੀ ਨੇ ਸਮਤ ਬਖਸ਼ੀ ਆਪਾਂ ਨੇ ਸਰਵਣ ਕੀਤਾ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਕਿਰਪਾ ਜਲ ਦੇ ਨਾਨਕ ਸਾਰਿਆਂ ਕੋ ਹੋਏ ਜਾਤੇ ਤੇਰਾ ਨਾਏ ਵਾਸਾ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।